ਡਾਕਟਰ ਅਜੈਬ ਸਿੰਘ ਦੀ ਪੁਸਤਕ ਮਾਨਸਿਕ ਉਲਝਣਾਂ ਤੇ ਸੁਝਾਅ ਦੇ ਦੂਜੇ ਭਾਗ ਦਾ ਇਹ ਲੇਖ ਹੈ, ਡੂੰਘੀ ਸਾਹ ਕਿਰਿਆ ਦਾ ਅਭਿਆਸ। ਇਹ ਅਭਿਆਸ ਸਾਡੇ ਅਚੇਤ ਮਨ ਅੰਦਰ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇੱਕ ਵਧੀਆ ਢੰਗ ਹੈ। ਇਹ ਦੱਬੀਆਂ ਹੋਈਆਂ ਭਾਵਨਾਵਾਂ ਸਾਡੇ ਸਰੀਰ ਅੰਦਰ ਬਿਮਾਰੀ ਤੇ ਮਾਨਸਿਕ ਉਲਝਣਾਂ ਪੈਦਾ ਕਰਨ ਦਾ ਮੁੱਖ ਕਾਰਨ ਹਨ। ਅੱਜ ਕੱਲ੍ਹ ਹਰ ਆਦਮੀ ਮਾਨਸਿਕ ਤੌਰ 'ਤੇ ਬੇਚੈਨ ਹੈ, ਕਿਉਂਕਿ ਉਹ ਬਚਪਨ ਤੋਂ ਹੀ ਬੇਚੈਨ ਪਰਿਵਾਰਿਕ ਅਤੇ ਸਮਾਜਿਕ ਹਾਲਾਤ ਵਿੱਚੋਂ ਗੁਜ਼ਰਦਾ ਹੈ। ਆਦਮੀ ਦੀ ਇਸ ਬੇਚੈਨੀ ਨੂੰ ਖ਼ਤਮ ਕਰਨ ਲਈ ਕਿਸੇ ਖਾਸ ਅਭਿਆਸ ਦੀ ਲੋੜ ਹੈ। ਅਜਿਹਾ ਅਭਿਆਸ ਜਿਹੜਾ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਗਟ ਕਰਕੇ ਉਹਨਾਂ ਨੂੰ ਖ਼ਤਮ ਕਰ ਦੇਵੇ। ਯੋਗਾ ਅਤੇ ਮੈਡੀਟੇਸ਼ਨ ਦੇ ਪੁਰਾਣੇ ਢੰਗ ਇਸ ਕਰਕੇ ਫੇਲ ਹੋ ਰਹੇ ਹਨ ਕਿਉਂਕਿ ਉਹ ਇਸ ਡੂੰਘੀ ਗੱਲ ਨੂੰ ਧਿਆਨ 'ਚ ਨਹੀਂ ਰੱਖਦੇ। ਇਸ ਕਰਕੇ ਪੁਰਾਣੇ ਢੰਗ ਮਨੁੱਖਤਾ ਦੀ ਕੋਈ ਮਦਦ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦਾ ਪ੍ਰਭਾਵ ਕੇਵਲ ਚੇਤ ਮਨ ਦੇ ਤਲ ਉੱਪਰ ਹੀ ਹੋ ਸਕਦਾ ਹੈ, ਇਸ ਤੋਂ ਜ਼ਿਆਦਾ ਨਹੀਂ। ਚੇਤ ਮਨ ਸ਼ਾਂਤ ਹੋ ਸਕਦਾ ਹੈ, ਪਰ ਇਕੱਲੇ ਚੇਤ ਮਨ ਨੂੰ ਸ਼ਾਂਤ ਕਰਨਾ ਹੋਰ ਵੀ ਖਤਰਨਾਕ ਹੈ, ਕਿਉਂਕਿ ਕਦੇ ਨਾ ਕਦੇ ਮੌਕਾ ਮਿਲਣ 'ਤੇ ਸਾਡੇ ਅੰਦਰੋਂ ਦੱਬੀਆਂ ਹੋਈਆਂ ਭਾਵਨਾਵਾਂ ਦਾ ਲਾਵਾ ਜ਼ਰੂਰ ਫਟੇਗਾ। ਅਸਲ ਵਿੱਚ ਇਹਨਾਂ ਢੰਗਾਂ ਨਾਲ ਆਦਮੀ ਦੇ ਅੰਦਰੋਂ ਤਾਂ ਕੁਝ ਨਹੀਂ ਬਦਲਦਾ, ਆਦਮੀ ਪਹਿਲਾਂ ਵਰਗਾ ਹੀ ਰਹਿੰਦਾ ਹੈ। ਅਸੀਂ 5 ਮਿੰਟ ਆਸਣ, ਪ੍ਰਾਣਾਯਾਮ ਜਾਂ ਮੰਤਰਾਂ ਦਾ ਜਾਪ ਕਰਕੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ। ਮਨ ਦੀ ਮਨੋਦਸ਼ਾ ਨੂੰ ਕਿਸੇ ਵੀ ਢੰਗ ਨਾਲ ਬਦਲਿਆ ਜਾ ਸਕਦਾ ਹੈ। ਉਦਾਹਰਨ ਵਜੋਂ ਰਾਮ 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 ਜਾਂ ਵਾਹਿਗੁਰੂ 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 ਦਾ ਜਾਪ ਕਰਕੇ ਸਾਨੂੰ ਨੀਂਦ ਆ ਸਕਦੀ ਹੈ। ਅਸੀਂ ਉਸ ਨੀਂਦ ਨੂੰ ਮਨ ਦੀ ਸ਼ਾਂਤੀ ਸਮਝਦੇ ਹਾਂ, ਪਰ ਇਸ ਨੂੰ ਸ਼ਾਂਤ ਮਨ ਨਹੀਂ ਕਿਹਾ ਜਾ ਸਕਦਾ। ਅਸੀਂ ਜੀਵਨ ਦੀਆਂ ਕਈ ਗੱਲਾਂ ਅਤੇ ਝਗੜਿਆਂ ਨੂੰ ਇਸੇ ਤਰ੍ਹਾਂ ਬਰਦਾਸ਼ਤ ਕਰ ਰਹੇ ਹਾਂ, ਕਿਉਂਕਿ ਅਸੀਂ ਚੇਤ ਮਨ ਅੰਦਰ ਸ਼ਾਂਤੀ ਮਹਿਸੂਸ ਕਰਦੇ ਹਾਂ, ਪਰ ਸਾਡੇ ਅੰਦਰ ਗੁੱਸਾ, ਕਾਮ ਵਾਸ਼ਨਾ, ਈਰਖਾ, ਨਫ਼ਰਤ, ਡਰ ਅਤੇ ਲਾਲਚ ਵਰਗੀਆਂ ਭਾਵਨਾਵਾਂ ਉਸੇ ਤਰ੍ਹਾਂ ਉਬਲ ਰਹੀਆਂ ਹਨ ਅਤੇ ਮੌਕਾ ਮਿਲਣ 'ਤੇ ਉਹ ਚੇਤ ਮਨ ਦੀ ਸ਼ਾਂਤੀ ਨੂੰ ਸਕਿੰਟਾਂ ਵਿੱਚ ਭੰਗ ਕਰ ਦਿੰਦੀਆਂ ਹਨ। ਇਹ ਸਾਰੇ ਪੁਰਾਣੇ ਢੰਗ ਸਾਡੇ ਮਨ ਨੂੰ ਭਾਉਂਦੇ ਹਨ, ਪਰ ਬਹੁਤ ਥੋੜ੍ਹੇ ਲੋਕਾਂ ਦੀ ਇਹਨਾਂ ਢੰਗਾਂ ਨਾਲ ਮਦਦ ਕੀਤੀ ਜਾ ਸਕਦੀ ਹੈ। ਜਿਹੜੇ ਸਮਝਦਾਰ ਲੋਕ ਇਹਨਾਂ ਢੰਗਾਂ ਨਾਲ ਠੀਕ ਹੋ ਸਕਦੇ ਹਨ, ਉਹਨਾਂ ਲੋਕਾਂ ਨੂੰ ਇਹਨਾਂ ਢੰਗਾਂ ਤੋਂ ਬਗੈਰ ਵੀ ਠੀਕ ਕੀਤਾ ਜਾ ਸਕਦਾ ਹੈ, ਪਰ ਅਜਿਹੇ ਖੁਸ਼ਕਿਸਮਤ ਲੋਕ ਬਹੁਤ ਥੋੜ੍ਹੇ ਹਨ ਜਿਹੜੇ ਕਿ ਬੇਚੈਨ ਨਹੀਂ ਹਨ, ਪਰ ਬਹੁਤੀ ਮਨੁੱਖਤਾ ਇਹਨਾਂ ਲੋਕਾਂ ਵਾਂਗ ਖੁਸ਼ਕਿਸਮਤ ਨਹੀਂ ਹੈ। ਇਸ ਕਰਕੇ ਪਹਿਲੀ ਗੱਲ ਇਹ ਹੈ ਕਿ ਕਿਵੇਂ ਨਾ ਕਿਵੇਂ ਸਾਡੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਗਟ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਬਾਹਰ ਨਿਕਲ ਜਾਣ। ਜਦੋਂ ਅਸੀਂ ਚੇਤਨ ਰਹਿ ਕੇ ਆਪਣੀਆਂ ਭਾਵਨਾਵਾਂ ਨੂੰ ਸਰੀਰ 'ਚੋਂ ਬਾਹਰ ਕੱਢਦੇ ਹਾਂ ਤਾਂ ਇੱਕ ਨੁਕਤੇ ਉੱਪਰ ਆ ਕੇ ਅਸੀਂ ਇਹਨਾਂ ਤੋਂ ਮੁਕਤ ਹੋ ਜਾਂਦੇ ਹਾਂ। ਜਦੋਂ ਇਹ ਭਾਵਨਾਵਾਂ ਸਾਡੇ ਸਰੀਰ ਦੇ ਸਿਸਟਮ ਵਿੱਚੋਂ ਬਾਹਰ ਨਿਕਲ ਜਾਣਗੀਆਂ ਤਾਂ ਅਸੀਂ ਸੌਖੇ ਮਹਿਸੂਸ ਕਰਾਂਗੇ। ਸਾਡੇ ਸਰੀਰ ਅੰਦਰ ਸਾਹ ਕਿਰਿਆ ਦੀਆਂ ਜੜ੍ਹਾਂ ਸਭ ਤੋਂ ਡੂੰਘੀਆਂ ਹਨ, ਇਸ ਲਈ ਸਵੇਰ ਵੇਲੇ ਖਾਲੀ ਪੇਟ ਡੂੰਘੀ ਸਾਹ ਕਿਰਿਆ ਦਾ ਅਭਿਆਸ ਕਰੋ। ਸਾਹ ਕਿਰਿਆ ਤੇਜ਼, ਡੂੰਘੀ ਅਤੇ ਬੇਤਰਤੀਬ ਹੋਣੀ ਚਾਹੀਦੀ ਹੈ। ਡੂੰਘਾ ਸਾਹ ਅੰਦਰ ਖਿੱਚੋ ਅਤੇ ਪੂਰੇ ਜ਼ੋਰ ਨਾਲ ਇਸ ਸਾਹ ਨੂੰ ਬਾਹਰ ਕੱਢੋ। 2 ਜਾਂ 3 ਮਿੰਟ ਇਸ ਕਿਰਿਆ ਨੂੰ ਜਾਰੀ ਰੱਖੋ। ਇਹ ਕਿਰਿਆ ਸਾਡੇ ਸਰੀਰ ਦੇ ਅੰਦਰਲੇ ਸਿਸਟਮ ਵਿੱਚ ਗੜਬੜ ਪੈਦਾ ਕਰ ਦਿੰਦੀ ਹੈ। ਜਿੰਨਾ ਚਿਰ ਸਾਡੇ ਅੰਦਰ ਗੜਬੜ ਪੈਦਾ ਨਹੀਂ ਹੁੰਦੀ, ਅਸੀਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਮਨ 'ਚੋਂ ਬਾਹਰ ਨਹੀਂ ਕੱਢ ਸਕਦੇ। ਸਵੇਰ ਵੇਲੇ ਡੂੰਘੀ ਸਾਹ ਕਿਰਿਆ ਨਾਲ ਸਾਡੇ ਸਰੀਰ ਅੰਦਰ ਜ਼ਿਆਦਾ ਆਕਸੀਜਨ ਚਲੀ ਜਾਂਦੀ ਹੈ। ਇਸ ਆਕਸੀਜਨ ਨਾਲ ਸਰੀਰ ਦੇ ਸੈੱਲ ਜ਼ਿਆਦਾ ਜੀਵਤ ਹੋ ਜਾਂਦੇ ਹਨ ਅਤੇ ਸਰੀਰ ਅੰਦਰ ਬਾਇਓ ਐਨਰਜੀ ਪੈਦਾ ਹੋ ਜਾਂਦੀ ਹੈ। ਇਸ ਬਾਇਓ ਐਨਰਜੀ ਨਾਲ ਅਸੀਂ ਆਪਣੇ ਮਨ ਅੰਦਰ ਹੋਰ ਡੂੰਘਾ ਜਾ ਸਕਦੇ ਹਾਂ। ਇਸ ਬਿਜਲੀ ਸ਼ਕਤੀ ਨਾਲ ਸਾਰਾ ਸਰੀਰ ਚਾਰਜ ਹੋ ਜਾਂਦਾ ਹੈ। ਇਸ ਪਲ ਅਸੀਂ ਆਪਣੇ ਆਪ ਨੂੰ ਸਰੀਰ ਨਹੀਂ ਸਮਝਦੇ। ਸਰੀਰਕ ਮਿਲਾਪ ਸਮੇਂ ਵੀ ਅਸੀਂ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ। ਇਹੀ ਕਾਰਨ ਹੈ ਜਿਸ ਕਰਕੇ ਸਾਨੂੰ ਉਸ ਮਿਲਾਪ ਵਿੱਚੋਂ ਆਨੰਦ ਮਿਲਦਾ ਹੈ। ਸਰੀਰਕ ਮਿਲਾਪ ਸਮੇਂ ਅਸੀਂ ਆਪਣੇ ਆਪ ਨੂੰ ਸਰੀਰ ਨਹੀਂ ਸਮਝਦੇ, ਕੇਵਲ ਸ਼ਕਤੀ ਮਹਿਸੂਸ ਕਰਦੇ ਹਾਂ। ਸਰੀਰ ਅਤੇ ਮਨ ਤੋਂ ਪਾਰ ਜਾਣ ਲਈ
ਸਾਨੂੰ ਇਸ ਬਾਇਓ ਐਨਰਜੀ ਦੀ ਬਹੁਤ ਲੋੜ ਹੈ। ਇਸ ਲਈ ਸਵੇਰ ਵੇਲੇ ਅੱਖਾਂ ਬੰਦ ਕਰਕੇ ਇਸ ਡੂੰਘੀ ਅਤੇ ਬੇਤਰਤੀਬ ਸਾਹ ਕਿਰਿਆ ਦਾ ਅਭਿਆਸ ਬਹੁਤ ਲਾਭਦਾਇਕ ਹੈ। ਦੂਸਰੇ ਪੜਾਅ ਉੱਤੇ ਦਿਲ ਨੂੰ ਹਲਕਾ ਕਰਨ ਲਈ ਜੋ ਕੁਝ ਬੋਲਣਾ ਬੋਲੋ। ਦੱਬੀਆਂ ਹੋਈਆਂ ਭਾਵਨਾਵਾਂ ਨੂੰ ਬਾਹਰ ਕੱਢਣ ਲਈ ਇਹ ਵੀ ਬਹੁਤ ਜ਼ਰੂਰੀ ਹੈ। ਅੰਗਰੇਜ਼ੀ ਵਿੱਚ ਇਹਨੂੰ ਕੈਥਾਰਸਿਸ ਕਹਿੰਦੇ ਹਨ, ਭਾਵ ਆਪਣੇ ਦੱਬੇ ਵਿਚਾਰਾਂ ਨੂੰ ਬਾਹਰ ਕੱਢਣਾ। ਸ਼ੁਰੂ ਵਿੱਚ ਕੁਝ ਦਿਨ ਇਹ ਕੈਥਾਰਸਿਸ ਕਰਨ ਦੀ ਲੋੜ ਹੈ। ਜੇ ਤੁਹਾਡਾ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਤਾਂ ਵੀ ਥੋੜ੍ਹੀ ਐਕਟਿੰਗ ਜ਼ਰੂਰ ਕਰੋ। ਇਸ ਵਕਤ ਜੇ ਚੀਕਾਂ ਮਾਰਨੀਆਂ ਚਾਹੁੰਦੇ ਹੋ ਤਾਂ ਚੀਕਾਂ ਮਾਰੋ। ਡੂੰਘੀ ਚੀਕ ਤੁਹਾਨੂੰ ਸਵਸਥ ਕਰੇਗੀ। ਬਹੁਤ ਸਾਰੇ ਮਾਨਸਿਕ ਰੋਗ ਕੇਵਲ ਚੀਕ ਮਾਰਨ ਨਾਲ ਠੀਕ ਹੋ ਜਾਣਗੇ। ਇਸ ਲਈ ਪੂਰੇ ਜ਼ੋਰ ਨਾਲ ਚੀਕਾਂ ਮਾਰੋ। ਅਗਲੇ 5 ਮਿੰਟ ਤੁਸੀਂ ਚੀਕਾਂ ਮਾਰਦੇ, ਰੋ ਕੇ, ਟੱਪ ਕੇ, ਨੱਚ ਕੇ ਜਾਂ ਹੱਸ ਕੇ ਆਪਣੇ ਖਿਆਲਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰੋ। ਦੂਜੀ ਸਟੇਜ ਵਿੱਚ ਜੋ ਦਿਲ ਕਰਦਾ ਕਰੋ। ਛੇਤੀ ਤੁਸੀਂ ਉਸ ਸੋਮੇ ਤੱਕ ਪਹੁੰਚ ਜਾਓਗੇ ਜਿੱਥੇ ਸਭ ਭਾਵਨਾਵਾਂ ਦੱਬੀਆਂ ਹੋਈਆਂ ਹਨ। ਕੁਝ ਦਿਨਾਂ ਵਿੱਚ ਤੁਸੀਂ ਇਹਨਾਂ ਨੈਗੇਟਿਵ ਭਾਵਨਾਵਾਂ ਤੋਂ ਮੁਕਤ ਹੋ ਜਾਓਗੇ। ਇਸ ਤਰ੍ਹਾਂ ਸਾਡੀ ਸ਼ਖਸੀਅਤ ਦਾ ਰੂਪਾਂਤਰਣ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਤੀਜੀ ਸਟੇਜ ਵਿੱਚ ਕੁਝ ਨਹੀਂ ਕਰਨਾ, ਕੇਵਲ 5 ਮਿੰਟ ਚੁੱਪ ਰਹਿਣਾ ਹੈ। ਜਿਵੇਂ ਜਿਵੇਂ ਸ਼ਕਤੀ ਉੱਪਰ ਸਿਰ ਵੱਲ ਜਾਏਗੀ, ਅਸੀਂ ਜ਼ਿਆਦਾ ਤੋਂ ਜ਼ਿਆਦਾ ਸ਼ਾਂਤ ਹੋਵਾਂਗੇ। ਇਸ ਅਨੁਭਵ ਨੂੰ ਮਾਨਸਿਕ ਵਿਕਾਸ ਕਿਹਾ ਜਾਂਦਾ ਹੈ। ਸਿਆਣੇ ਬਣਨ ਲਈ ਸਾਨੂੰ ਆਪਣਾ ਆਤਮਿਕ ਵਿਕਾਸ ਕਰਨ ਦੀ ਬਹੁਤ ਲੋੜ ਹੈ। ਧੰਨਵਾਦ। ਅਗਲਾ ਲੇਖ ਹੈ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨ ਦਾ ਢੰਗ। ਸਾਡੇ ਚੇਤ ਮਨ ਦੇ ਪਿੱਛੇ 9 ਗੁਣਾ ਵੱਡਾ ਅਚੇਤ ਮਨ ਛੁਪਿਆ ਹੋਇਆ ਹੈ। ਸਭ ਤੋਂ ਪਹਿਲਾਂ ਪੱਛਮ ਦੇ ਮਨੋਵਿਗਿਆਨੀ ਸਿਗਮੰਡ ਫਰਾਇਡ ਨੇ ਅਚੇਤ ਮਨ ਨੂੰ ਲੱਭਿਆ ਸੀ। ਅਚੇਤ ਦਾ ਮਤਲਬ ਹੈ ਅਸੀਂ ਇਸ ਮਨ ਤੋਂ ਜਾਣੂ ਨਹੀਂ ਹਾਂ। ਜਿੰਨਾ ਚਿਰ ਅਸੀਂ ਆਪਣੇ ਅਚੇਤ ਮਨ ਤੋਂ ਵਾਕਿਫ ਨਹੀਂ ਹੋ ਜਾਂਦੇ, ਸਾਡੇ ਲਈ ਇਹ ਅਣਜਾਣ ਮਨ ਹੈ। ਸਾਡੇ ਅਚੇਤ ਮਨ ਅੰਦਰ ਹੈਰਾਨ ਕਰਨ ਵਾਲੀਆਂ ਸ਼ਕਤੀਆਂ ਮੌਜੂਦ ਹਨ। ਜਦੋਂ ਕੋਈ ਵਿਚਾਰ ਸਾਡੇ ਅਚੇਤ ਮਨ ਅੰਦਰ ਪਹੁੰਚ ਜਾਂਦਾ ਹੈ ਤਾਂ ਸਾਡੇ ਉੱਪਰ ਉਸ ਵਿਚਾਰ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਚੇਤ ਮਨ ਨੂੰ ਸਮਝ ਕੇ ਉਹਦੀ ਵਰਤੋਂ ਨਾਲ ਅਸੀਂ ਆਪਣੇ ਇਰਾਦੇ ਨੂੰ ਮਜ਼ਬੂਤ ਕਰ ਸਕਦੇ ਹਾਂ। ਅਚੇਤ ਮਨ ਵਿੱਚ ਉਸਾਰੂ ਵਿਚਾਰਾਂ ਦਾ ਪ੍ਰਵੇਸ਼ ਕਰਕੇ ਮਾੜੀਆਂ ਆਦਤਾਂ ਜਿਵੇਂ ਕਿ ਨਸ਼ਿਆਂ ਦੀ ਵਰਤੋਂ, ਗੁੱਸਾ, ਈਰਖਾ, ਨਫ਼ਰਤ ਜਾਂ ਲਾਲਚ ਵਰਗੀਆਂ ਮਾੜੀਆਂ ਭਾਵਨਾਵਾਂ ਤੋਂ ਛੁਟਕਾਰਾ ਪਾ ਕੇ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਸਵਸਥ ਰਹਿ ਸਕਦੇ ਹਾਂ। ਇਸ ਤਰ੍ਹਾਂ ਅਚੇਤ ਮਨ ਤੋਂ ਜਾਣੂ ਹੋ ਕੇ ਸਾਡੀ ਕਿਸਮਤ ਬਦਲ ਸਕਦੀ ਹੈ। ਸਾਡੀ ਧਾਰਨਾ ਬਣ ਚੁੱਕੀ ਹੈ ਕਿ ਇਹ ਬਹੁਤ ਫੁਰਤੀਲਾ ਮਨ ਹੈ। ਅਚੇਤ ਮਨ ਅੰਦਰ ਪ੍ਰਵੇਸ਼ ਕਰਨ ਲਈ ਕਈ ਢੰਗ ਵਰਤੇ ਜਾਂਦੇ ਹਨ। ਇੱਥੇ ਤਜਵੀਜ਼ ਕੀਤਾ ਗਿਆ ਸੌਖਾ ਢੰਗ ਅਚੇਤ ਮਨ ਅੰਦਰ ਪ੍ਰਵੇਸ਼ ਕਰਨ ਲਈ ਸਾਡੀ ਕਾਫੀ ਮਦਦ ਕਰ ਸਕਦਾ ਹੈ। ਹਿਪਨੋਟਿਜ਼ਮ ਦਾ ਸੰਬੰਧ ਮਾਨਸਿਕ ਚੇਤਨਾ ਨਾਲ ਹੈ। ਇਹ ਢੰਗ ਸਵੈ ਵਿਸ਼ਵਾਸ ਉੱਪਰ ਆਧਾਰਿਤ ਹੈ ਅਤੇ ਮੈਸਮੇਰਿਜ਼ਮ ਦੇ ਸਿਧਾਂਤ ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਢੰਗ ਨਾਲ ਅਸੀਂ ਚੇਤਨ ਰਹਿ ਕੇ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ। ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਘੜੀ ਦਾ ਅਲਾਰਮ ਇਸ ਤਰ੍ਹਾਂ ਸੈੱਟ ਕਰੋ ਤਾਂ ਕਿ ਇਹ 10 ਮਿੰਟ ਬਾਅਦ ਬੋਲੇ। ਫਿਰ ਆਪਣੇ ਮਨ ਅੰਦਰ ਇਹ ਕਹੋ, ਜਦੋਂ ਘੜੀ ਦਾ ਅਲਾਰਮ ਖੜਕੇਗਾ ਮੈਂ ਆਪਣੇ ਚੇਤ ਮਨ ਅੰਦਰ ਵਾਪਸ ਆ ਜਾਵਾਂਗਾ। ਹੁਣ ਕਮਰਾ ਬੰਦ ਕਰਕੇ ਇੱਕ ਬੱਲਬ ਜਗਾਓ। ਆਰਾਮ ਨਾਲ ਸ਼ਵ ਆਸਨ ਵਿੱਚ ਲੇਟ ਕੇ ਬੱਲਬ ਦੀ ਤੇਜ਼ ਰੋਸ਼ਨੀ ਵੱਲ ਟਿਕਟਿਕੀ ਲਾ ਕੇ ਵੇਖਣਾ ਸ਼ੁਰੂ ਕਰੋ ਅਤੇ ਮੂੰਹ ਵਿੱਚ ਇਸ ਗੱਲ ਦਾ ਸਿਮਰਨ ਕਰਦੇ ਰਹੋ, ਮੇਰੀਆਂ ਅੱਖਾਂ ਭਾਰੀਆਂ ਹੋ ਰਹੀਆਂ ਹਨ, ਮੈਨੂੰ ਨੀਂਦ ਆ ਰਹੀ ਹੈ। 2 ਜਾਂ 3 ਮਿੰਟ ਬਾਅਦ ਅੱਖਾਂ ਥੱਕ ਕੇ ਆਪਣੇ ਆਪ ਬੰਦ ਹੋ ਜਾਣਗੀਆਂ। ਇਸ ਤਰ੍ਹਾਂ ਸਾਨੂੰ ਗੂੜੀ ਨੀਂਦ ਆਏਗੀ ਅਤੇ ਅਸੀਂ ਚੇਤਨ ਵੀ ਰਹਾਂਗੇ। ਹਿਪਨੋਟਿਜ਼ਮ ਜਿਹੜਾ ਕਿ ਮਾਨਸਿਕ ਰੋਗਾਂ ਨੂੰ ਠੀਕ ਕਰਨ ਦਾ ਸਭ ਤੋਂ ਵਧੀਆ ਢੰਗ ਹੈ, ਇਸ ਸਿਧਾਂਤ ਉੱਤੇ ਆਧਾਰਿਤ ਹੈ। ਰੌਸ਼ਨੀ ਦਾ ਕੰਮ ਹੈ ਅੱਖਾਂ ਨੂੰ ਥਕਾਉਣਾ ਅਤੇ ਜਿਹੜਾ ਸਿਮਰਨ ਅਸੀਂ ਕਰਦੇ ਹਾਂ, ਹਿਪਨੋਟਿਸਟ ਉਹ ਸਿਮਰਨ ਆਪ ਕਰਦਾ ਹੈ। ਪਰ ਜਦੋਂ ਅਸੀਂ ਆਪ ਹੀ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਕੋਈ ਡਰ ਜਾਂ ਖਤਰਾ ਨਹੀਂ ਹੋਏਗਾ। ਸਿਮਰਨ ਕਰਦੇ ਸਮੇਂ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਹੁਣ ਅਸੀਂ ਆਪਣੀਆਂ ਅੱਖਾਂ ਨੂੰ ਹੋਰ ਦੇਰ ਖੁੱਲ੍ਹੀਆਂ ਨਹੀਂ ਰੱਖ ਸਕਦੇ। ਸਾਨੂੰ ਛੇਤੀ ਮਹਿਸੂਸ ਹੋਏਗਾ ਕਿ ਸਾਨੂੰ ਗੂੜੀ ਨੀਂਦ ਆ ਰਹੀ ਹੈ। ਜਿੰਨਾ ਚਿਰ ਸਾਨੂੰ ਪਤਾ ਰਹਿੰਦਾ ਹੈ, ਚੁੱਪਚਾਪ ਮੂੰਹ 'ਚ ਬਾਰ-ਬਾਰ ਇਹ ਵੀ ਕਹੋ, ਮੈਂ ਆਪਣੇ ਮਨ ਅੰਦਰ
ਅੰਦਰ, ਹੋਰ ਅੰਦਰ ਜਾ ਰਿਹਾ ਹਾਂ ਅਤੇ ਕੱਲ੍ਹ ਨੂੰ ਇਸ ਤੋਂ ਵੀ ਜ਼ਿਆਦਾ ਅੰਦਰ ਜਾਵਾਂਗਾ। ਇਸ ਤਰ੍ਹਾਂ ਅਸੀਂ ਸੁਚੇਤ ਤੌਰ 'ਤੇ ਆਪਣੇ ਅਚੇਤ ਮਨ ਦੇ ਸ਼ਾਂਤ ਵਾਤਾਵਰਨ 'ਚ ਪਹੁੰਚ ਜਾਂਦੇ ਹਾਂ। 10 ਮਿੰਟ ਬਾਅਦ ਜਦੋਂ ਘੜੀ ਦਾ ਅਲਾਰਮ ਖੜਕਦਾ ਹੈ ਤਾਂ ਅੱਖਾਂ ਖੋਲ੍ਹ ਕੇ ਆਪਣੇ ਚੇਤ ਮਨ 'ਚ ਵਾਪਸ ਆ ਜਾਓ। ਹੁਣ ਸਾਡਾ ਸਰੀਰ ਪਹਿਲਾਂ ਨਾਲੋਂ ਜ਼ਿਆਦਾ ਹਲਕਾ, ਤਣਾਅ ਰਹਿਤ ਅਤੇ ਫੁਰਤੀਲਾ ਹੋਏਗਾ। ਇਸ ਅਭਿਆਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਜਿਹੜੀ ਵੀ ਗੱਲ ਕਹਾਂਗੇ ਉਸ ਗੱਲ ਦਾ ਸਾਡੇ ਉੱਪਰ ਅਸਰ ਹੋਣਾ ਸ਼ੁਰੂ ਹੋ ਜਾਏਗਾ। ਅੰਗਰੇਜ਼ੀ 'ਚ ਇਹਨੂੰ ਪੋਸਟ ਹਿਪਨੋਟਿਕ ਸੁਜੈਸ਼ਨ ਕਿਹਾ ਗਿਆ ਹੈ। ਫਰਜ਼ ਕਰੋ ਤੁਸੀਂ ਇਹ ਕਹੋ, ਹੁਣ ਮੇਰੀ ਉਦਾਸੀ ਦੂਰ ਹੋ ਜਾਏਗੀ ਅਤੇ ਮੈਂ ਤੰਦਰੁਸਤ ਰਹਾਂਗਾ। ਜ਼ਿਆਦਾ ਲਾਲਚ ਨਹੀਂ ਕਰਨਾ, ਸਿਰਫ ਇੱਕ ਗੱਲ ਕਹਿਣੀ ਹੈ। ਹਿਪਨੋਸਿਸ ਨਾਲ ਸਾਡੀ ਹਰ ਗੱਲ ਡੂੰਘੇ ਅਚੇਤ ਮਨ 'ਚ ਪਹੁੰਚ ਜਾਂਦੀ ਹੈ। ਸਾਡਾ ਚੇਤ ਮਨ ਇਸ ਗੱਲ ਨੂੰ ਬਦਲ ਨਹੀਂ ਸਕਦਾ। ਇਸ ਤਰ੍ਹਾਂ ਅਸੀਂ ਆਪਣੇ ਅਚੇਤ ਮਨ ਦੀ ਸ਼ਕਤੀ ਨਾਲ ਹਰ ਗੱਲ ਨੂੰ ਅਮਲੀ ਰੂਪ ਵਿੱਚ ਪੂਰਾ ਕਰ ਸਕਦੇ ਹਾਂ। ਜੇ ਤੁਸੀਂ ਸਿਗਰਟ ਛੱਡਣੀ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਸੌਖੀ ਤਰ੍ਹਾਂ ਛੱਡ ਸਕਦੇ ਹੋ। ਕੁਝ ਵੀ ਛੱਡਣਾ ਸੰਭਵ ਨਹੀਂ ਹੈ। ਇੱਕ ਵਾਰ ਕੋਸ਼ਿਸ਼ ਕਰਕੇ ਦੇਖੋ। ਸ਼ੁਰੂ ਵਿੱਚ ਅਸੀਂ ਇਸ ਅਭਿਆਸ ਨੂੰ ਦਿਨ ਵਿੱਚ 2 ਜਾਂ 3 ਵਾਰ ਦੁਹਰਾ ਸਕਦੇ ਹਾਂ। ਜਦੋਂ ਅਸੀਂ ਇਹ ਅਭਿਆਸ ਸਿੱਖ ਲਿਆ ਤਾਂ ਸਮਝ ਲਓ ਸਾਨੂੰ ਜੀਵਨ ਦਾ ਠੀਕ ਰਸਤਾ ਲੱਭ ਗਿਆ। ਸਾਡਾ ਅਚੇਤ ਮਨ ਬਹੁਤ ਵਿਸ਼ਾਲ ਹੈ। ਪਹਿਲੀ ਵਾਰ ਅਚੇਤ ਮਨ ਦੇ ਵਾਤਾਵਰਨ ਅੰਦਰ ਪ੍ਰਵੇਸ਼ ਕਰਨ ਸਮੇਂ ਸਾਨੂੰ ਥੋੜ੍ਹਾ ਜਿਹਾ ਪਤਾ ਲੱਗਦਾ ਹੈ। ਹਰ ਰੋਜ਼ ਅਭਿਆਸ ਕਰਨ ਨਾਲ ਅਚੇਤ ਮਨ ਦਾ ਥੋੜ੍ਹਾ ਜਿਹਾ ਹਿੱਸਾ ਚੇਤ ਬਣ ਕੇ ਸਾਡੇ ਚੇਤ ਮਨ ਨਾਲ ਰਲ ਜਾਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਸਾਰੇ ਅਚੇਤ ਮਨ ਤੋਂ ਜਾਣੂ ਹੋ ਸਕਦੇ ਹਾਂ। ਮਨੋਵਿਗਿਆਨੀ ਫਰਾਇਡ ਨੇ ਇਸ ਪ੍ਰਕਿਰਿਆ ਨੂੰ ਮਾਨਸਿਕ ਵਿਕਾਸ ਦਾ ਨਾਮ ਦਿੱਤਾ ਹੈ। ਇਉਂ ਆਪਣਾ ਵਿਕਾਸ ਕਰਨ ਲਈ ਹਿਪਨੋਸਿਸ ਨਾਲੋਂ ਜ਼ਿਆਦਾ ਮਹੱਤਵਪੂਰਨ ਹੋਰ ਕੋਈ ਢੰਗ ਨਹੀਂ ਹੈ। ਆਪਣੇ ਆਪ ਨੂੰ ਹਿਪਨੋਟਾਈਜ਼ ਕਰਕੇ ਆਪਣੇ ਅਚੇਤ ਮਨ ਤੋਂ ਜਾਣੂ ਹੋਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਉਣ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਅਤੇ ਅਸਰਦਾਇਕ ਢੰਗ ਹੈ। ਧੰਨਵਾਦ। ਅਗਲਾ ਲੇਖ ਹੈ ਮੰਡਾਲਾ ਦਾ ਮਹੱਤਵ। ਤੰਤਰਿਕ ਵਿਦਿਆ ਦੇ ਅਨੁਸਾਰ ਸਾਡੇ ਅਚੇਤ ਮਨ ਅੰਦਰ ਪਿਛਲੇ ਜਨਮਾਂ ਦੇ ਸਾਰੇ ਅਨੁਭਵ ਬੀਜ ਰੂਪ ਵਿੱਚ ਮੌਜੂਦ ਹਨ। ਅਚੇਤ ਮਨ ਅੰਦਰ ਗਿਆਨ ਹੈ, ਬਿਮਾਰੀ ਹੈ, ਸੁੱਖ ਦੁੱਖ, ਡਰ, ਉਦਾਸੀ, ਫਿਕਰ, ਈਰਖਾ, ਨਫ਼ਰਤ, ਲਾਲਚ ਸਭ ਕੁਝ ਮੌਜੂਦ ਹੈ। ਕੋਈ ਭਾਵਨਾ ਅਜਿਹੀ ਨਹੀਂ ਜਿਹੜੀ ਕਿ ਅਚੇਤ ਮਨ ਅੰਦਰ ਮੌਜੂਦ ਨਾ ਹੋਵੇ। ਇਹ ਸਾਰੇ ਸੰਸਕਾਰ ਮਨੁੱਖ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਸਾਡੀਆਂ ਖਾਸ ਆਦਤਾਂ ਦਾ ਮੁੱਢ ਬੰਨ੍ਹਣ ਵਾਲੇ ਇਹ ਸੰਸਕਾਰ ਹਨ। ਅਸੀਂ ਇਹਨਾਂ ਆਦਤਾਂ ਨੂੰ ਸਾਰੀ ਉਮਰ ਛੱਡ ਨਹੀਂ ਸਕਦੇ। ਕੁਦਰਤ ਦੀ ਅਨੋਖੀ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਅਨੁਭਵ ਅਚੇਤ ਮਨ ਅੰਦਰ ਚਿੰਨ੍ਹਾਂ ਦੇ ਰੂਪ 'ਚ ਸਾਂਭੇ ਹੋਏ ਹਨ। ਜੇ ਅਸੀਂ ਮਨ ਦੇ ਇਸ ਹਿੱਸੇ ਨੂੰ ਕਿਸੇ ਵੀ ਢੰਗ ਨਾਲ ਉਕਸਾ ਸਕਦੇ ਹਾਂ ਤਾਂ ਅਸੀਂ ਬਹੁਤ ਸਾਰੇ ਸੰਸਕਾਰਾਂ ਨੂੰ ਅਮਲੀ ਰੂਪ 'ਚ ਦੇਖ ਸਕਦੇ ਹਾਂ। ਇਹ ਯੋਗਾ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ, ਪਰ ਆਮ ਤੌਰ 'ਤੇ ਕੋਈ ਵੀ ਯੋਗਾ ਮਾਸਟਰ ਇਸ ਵਿਸ਼ੇ ਵੱਲ ਧਿਆਨ ਨਹੀਂ ਦਿੰਦਾ। ਮਨ ਅੰਦਰ ਇਹਨਾਂ ਸਾਰੇ ਅਨੁਭਵਾਂ ਦੀ ਭਾਲ ਕਰਨੀ ਤੰਤਰਿਕ ਵਿਦਿਆ ਦਾ ਮੁੱਖ ਮੰਤਵ ਹੈ। ਸਾਨੂੰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਪਤਾ ਹੈ। ਸਿਰ ਦਰਦ, ਖੰਘ, ਜ਼ੁਕਾਮ, ਬੁਖਾਰ, ਕੈਂਸਰ, ਉਦਾਸੀ ਅਤੇ ਹੋਰ ਮਨੋਰੋਗਾਂ ਨੂੰ ਅਸੀਂ ਅਮਲੀ ਰੂਪ ਵਿੱਚ ਅਨੁਭਵ ਕਰਕੇ ਦੇਖਿਆ ਹੈ। ਇਹ ਸਾਰੀਆਂ ਬਿਮਾਰੀਆਂ ਕਿੱਥੋਂ ਪੈਦਾ ਹੁੰਦੀਆਂ ਹਨ? ਜੇ ਅਸੀਂ ਘਾਹ ਵਾਲੇ ਪਾਰਕ ਵਿੱਚ ਜਾ ਕੇ ਘਾਹ ਨੂੰ ਪੁੱਟੀਏ ਤਾਂ ਕੁਝ ਦਿਨਾਂ ਬਾਅਦ ਘਾਹ ਫਿਰ ਹਰਾ ਹੋ ਜਾਂਦਾ ਹੈ, ਕਿਉਂਕਿ ਘਾਹ ਦਾ ਬੀਜ ਅਜੇ ਵੀ ਜ਼ਮੀਨ ਅੰਦਰ ਰਹਿੰਦਾ ਹੈ। ਇਸੇ ਤਰ੍ਹਾਂ ਜੀਵਨ ਦੇ ਸਾਰੇ ਸੰਸਕਾਰ ਅਚੇਤ ਮਨ ਅੰਦਰ ਚਿੰਨ੍ਹ ਦੇ ਰੂਪ ਵਿੱਚ ਬਚੇ ਰਹਿੰਦੇ ਹਨ। ਇਹ ਸਾਰੇ ਸੰਸਕਾਰ ਜੀਵਨ ਵਿੱਚ ਕੰਮ, ਵਿਚਾਰ, ਘਟਨਾ, ਬਿਮਾਰੀ, ਸੁਪਨੇ, ਕਲਪਨਾ ਅਤੇ ਕਦੇ-ਕਦੇ ਪਾਗਲਪਨ ਦੇ ਰੂਪ 'ਚ ਪ੍ਰਗਟ ਹੁੰਦੇ ਰਹਿੰਦੇ ਹਨ। ਜੇ ਅਸੀਂ ਇਹਨਾਂ ਸੰਸਕਾਰਾਂ ਨੂੰ ਕਿਸੇ ਢੰਗ ਨਾਲ ਚੇਤ ਮਨ ਦੇ ਖੇਤਰ ਵਿੱਚ ਲੈ ਆਈਏ ਤਾਂ ਸਾਡੀਆਂ ਬਹੁਤ ਸਾਰੀਆਂ ਉਲਝਣਾਂ, ਸਮੱਸਿਆਵਾਂ, ਭੈੜੀਆਂ ਆਦਤਾਂ, ਡਰ, ਭੈ, ਚਿੰਤਾ, ਫਿਕਰ ਆਦਿ ਜੜ੍ਹੋਂ ਪੁੱਟੇ ਜਾ ਸਕਦੇ ਹਨ। ਵਰਤਮਾਨ ਸਮੇਂ ਵਿੱਚ ਮਨੁੱਖ ਦਾ ਮਨ ਬਹੁਤ ਬਿਖਰਿਆ ਹੋਇਆ ਹੈ। ਉਸ ਦਾ ਇਰਾਦਾ ਕਮਜ਼ੋਰ ਹੋ ਗਿਆ ਹੈ। ਬਹੁਤ ਸਾਰੀਆਂ ਬਿਮਾਰੀਆਂ ਅਤੇ ਮਨੋਰੋਗਾਂ ਦਾ ਸ਼ਿਕਾਰ ਹੈ। ਜ਼ਿੰਦਗੀ ਦੇ ਝੱਖੜ ਹਰ ਰੋਜ਼ ਉਸ ਉੱਪਰ ਹਮਲਾ ਕਰ ਰਹੇ ਹਨ। ਇਸ ਕਰਕੇ ਯੋਗ ਅਭਿਆਸ ਵਿੱਚ ਤੰਤਰਿਕ ਵਿਦਿਆ ਦੀ ਪ੍ਰੈਕਟੀਕਲ ਟੈਕਨੀਕ ਮੰਡਾਲਾ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ।
ਕਿਸੇ ਖਾਸ ਦੇਵੀ ਦੇਵਤੇ ਦੀ ਰੂਹਾਨੀ ਮੂਰਤ ਜਾਂ ਮੂਰਤੀ ਨੂੰ ਮੰਡਾਲਾ ਕਿਹਾ ਜਾਂਦਾ ਹੈ। ਮੰਡਾਲਾ ਉੱਪਰ ਧਿਆਨ ਇਕਾਗਰ ਕਰਨ ਨਾਲ ਅਚੇਤ ਮਨ ਅੰਦਰ ਛਿਪੇ ਹੋਏ ਸਾਰੇ ਸੰਸਕਾਰ ਜਦੋਂ ਜੜ ਤੋਂ ਬਾਹਰ ਨਿਕਲਦੇ ਹਨ ਤਾਂ ਸਾਨੂੰ ਸੁਪਨਿਆਂ ਅਤੇ ਕਲਪਨਾ ਰਾਹੀਂ ਕਈ ਤਰ੍ਹਾਂ ਦੇ ਅਨੋਖੇ ਅਨੁਭਵ ਪ੍ਰਗਟ ਹੁੰਦੇ ਹਨ। ਅਸੀਂ ਇਹਨਾਂ ਅਨੁਭਵਾਂ ਦਾ ਸਿੱਧੇ ਤੌਰ 'ਤੇ ਸਾਹਮਣਾ ਨਹੀਂ ਕਰ ਸਕਦੇ ਕਿਉਂਕਿ ਇਹ ਸਾਡੇ ਲਈ ਬਹੁਤ ਦੁਖਦਾਈ ਹੁੰਦੇ ਹਨ। ਇਸ ਕਰਕੇ ਅਚੇਤ ਮਨ ਅੰਦਰ ਦੱਬੀਆਂ ਹੋਈਆਂ ਅਧੂਰੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇੱਕ ਵਧੀਆ ਢੰਗ ਹੈ। ਇਸ ਤੋਂ ਬਾਅਦ ਸਾਰਾ ਮਨ ਖਾਲਸ ਚੇਤਨਾ ਨਾਲ ਭਰ ਜਾਂਦਾ ਹੈ। ਖਾਲਸ ਚੇਤਨਾ ਆਪਣੇ ਆਪ ਵਿੱਚ ਪਵਿੱਤਰ, ਸ਼ਾਂਤ, ਸ਼ਕਤੀਸ਼ਾਲੀ, ਗਿਆਨਵਾਨ, ਸੰਵੇਦਨਸ਼ੀਲ, ਖੁਸ਼ ਅਤੇ ਆਨੰਦਦਾਇਕ ਹੈ। ਇਹ ਚਿੱਤਰ ਮਨੁੱਖ ਅੰਦਰ ਪ੍ਰਗਟ ਹੋਣ ਵਾਲੇ ਇਹਨਾਂ ਸਾਰੇ ਗੁਣਾਂ ਦਾ ਪ੍ਰਤੀਕ ਹੈ। ਦੇਵੀ ਦੇ 6 ਹੱਥ ਹਰ ਕੰਮ ਵਿੱਚ ਨਿਪੁੰਨਤਾ ਨੂੰ ਪ੍ਰਗਟ ਕਰਦੇ ਹਨ। ਇਸ ਦੇ ਇੱਕ ਹੱਥ ਵਿੱਚ ਫੜਿਆ ਹੋਇਆ ਤੀਰ ਕਮਾਨ ਮਨ ਦੀ ਸੰਪੂਰਨ ਇਕਾਗਰਤਾ ਦਾ ਪ੍ਰਤੀਕ ਹੈ। ਦੂਜੇ ਹੱਥ ਵਿੱਚ ਫੜੇ ਹੋਏ 5 ਤੀਰ ਸਾਡੇ ਸਰੀਰ ਨੂੰ ਬਣਾਉਣ ਵਾਲੇ 5 ਤੱਤ, 5 ਗਿਆਨ ਇੰਦਰੀਆਂ ਅਤੇ 5 ਕਰਮ ਇੰਦਰੀਆਂ ਨੂੰ ਪ੍ਰਗਟ ਕਰਦੇ ਹਨ, ਜਿਨ੍ਹਾਂ ਨੂੰ ਮਾਨਸਿਕ ਇਕਾਗਰਤਾ ਨਾਲ ਆਪਣੇ ਕਾਬੂ ਵਿੱਚ ਕੀਤਾ ਜਾ ਸਕਦਾ ਹੈ। ਇਸ ਦੇਵੀ ਦੇ ਇੱਕ ਹੱਥ ਵਿੱਚ ਫੜੀ ਹੋਈ ਖੋਪੜੀ ਸਾਡੇ ਅੰਦਰ ਹੰਕਾਰ ਦੇ ਵਿਨਾਸ਼ ਹੋਣ ਦੀ ਨਿਸ਼ਾਨੀ ਹੈ। ਜਿਸ ਫੁੱਲਾਂ ਦੇ ਸਿੰਘਾਸਣ ਉੱਪਰ ਇਹ ਦੇਵੀ ਬੈਠੀ ਹੈ ਉਹ ਕਵਲ ਦੇ ਫੁੱਲ ਸਾਡੇ ਅੰਦਰ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਨੂੰ ਵਿਕਸਿਤ ਹੋਣ ਦਾ ਸੰਕੇਤ ਦੇ ਰਹੇ ਹਨ। ਇਸ ਦੇਵੀ ਉੱਪਰ ਧਿਆਨ ਇਕਾਗਰ ਕਰਨ ਨਾਲ ਇਹ ਸਾਰੇ ਵਰਦਾਨ ਸਾਨੂੰ ਮਿਲ ਸਕਦੇ ਹਨ। ਇਸ ਲਈ ਹਰ ਰੋਜ਼ 10 ਮਿੰਟ ਇਸ ਮੰਡਾਲਾ ਉੱਪਰ ਧਿਆਨ ਇਕਾਗਰ ਕਰਨਾ ਇੱਕ ਵਧੀਆ ਮਾਨਸਿਕ ਥੈਰੇਪੀ ਹੈ। ਅਗਲਾ ਲੇਖ ਹੈ ਮੈਡੀਟੇਸ਼ਨ ਤੋਂ ਸਮਾਧੀ ਤੱਕ। ਮੈਡੀਟੇਸ਼ਨ ਦਾ ਮਤਲਬ ਹੈ ਮਨ ਨੂੰ ਵਿਚਾਰਾਂ ਤੋਂ ਸ਼ਾਂਤ ਕਰਕੇ ਆਪਣੀ ਚੇਤਨਾ ਨੂੰ ਜਗਾਉਣਾ। ਇਸ ਦੇ ਅਭਿਆਸ ਨਾਲ ਅਸੀਂ ਆਪਣੀ ਅੰਦਰੂਨੀ ਹੋਂਦ ਨਾਲ ਤਾਲਮੇਲ ਮਿਲਾ ਸਕਦੇ ਹਾਂ। ਡੂੰਘੀ ਮੈਡੀਟੇਸ਼ਨ ਵਿੱਚ ਮਨ ਵਿਚਾਰਾਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਫਿਰ ਸਾਡੇ ਅੰਦਰ ਮੌਜੂਦਗੀ ਮਤਲਬ ਅਸਤਿਤਵ ਦਾ ਇੱਕ ਨਵਾਂ ਵਿਸਥਾਰ ਪ੍ਰਵੇਸ਼ ਕਰਦਾ ਹੈ। ਮਨ ਸਾਡੇ ਸਰੀਰ ਅਤੇ ਆਤਮਾ ਨੂੰ ਜੋੜਨ ਵਾਲੀ ਇੱਕ ਕੜੀ ਦਾ ਕੰਮ ਕਰਦਾ ਹੈ। ਕਿਸੇ ਲਈ ਮਨ ਕੇਵਲ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ, ਕਿਸੇ ਲਈ ਆਤਮਿਕ ਵਿਕਾਸ ਵਿੱਚ ਉਪਯੋਗੀ ਹੁੰਦਾ ਹੈ। ਯੋਗ ਅਭਿਆਸ ਦੀਆਂ ਪਹਿਲੀਆਂ ਸਾਰੀਆਂ ਵਿਧੀਆਂ ਮਨ ਦੀ ਪਹਿਲੀ ਸਰੀਰਕ ਲੋੜ ਨੂੰ ਦੂਰ ਕਰਕੇ ਦੂਸਰੀ ਲੋੜ ਆਤਮਿਕ ਵਿਕਾਸ ਨੂੰ ਪੂਰਾ ਕਰਨ ਦਾ ਕਾਰਨ ਬਣਦੀਆਂ ਹਨ। ਮੈਡੀਟੇਸ਼ਨ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰਦੀ ਹੈ। ਯੋਗਾ ਦੀਆਂ ਵਿਧੀਆਂ ਇਹ ਸੰਕੇਤ ਦਿੰਦੀਆਂ ਹਨ ਕਿ ਮਨੁੱਖੀ ਮਨ ਨੂੰ 3 ਵਰਗਾਂ 'ਚ ਵੰਡ ਕੇ ਸਮਝਿਆ ਜਾ ਸਕਦਾ ਹੈ। ਪਹਿਲਾ ਹੈ ਅਰਧ ਚੇਤ ਮਨ, ਦੂਜਾ ਚੇਤ ਮਨ ਅਤੇ ਤੀਸਰਾ ਹੈ ਸੁਚੇਤ ਮਨ। ਆਦਮੀ ਦੀਆਂ ਮੁੱਢਲੀਆਂ ਲੋੜਾਂ ਅਤੇ ਹਉਮੈਵਾਦੀ ਇੱਛਾਵਾਂ ਦਾ ਸੰਬੰਧ ਅਰਧ ਚੇਤ ਮਨ ਨਾਲ ਹੈ। ਇਸ ਸਥਿਤੀ ਵਿੱਚ ਆਦਮੀ ਜਾਨਵਰਾਂ ਦੇ ਨੇੜੇ ਹੁੰਦਾ ਹੈ, ਭਾਵ ਉਹ ਜਾਨਵਰਾਂ ਵਾਂਗ ਵਿਹਾਰ ਕਰਦਾ ਹੈ। ਦੂਸਰਾ ਚੇਤ ਮਨ ਬੁੱਧੀ ਅਤੇ ਤਰਕ ਦੀ ਜਗ੍ਹਾ ਹੈ। ਇਸ ਮਨ ਦਾ ਸੰਬੰਧ ਸਾਡੇ ਰੋਜ਼ਾਨਾ ਜੀਵਨ ਨਾਲ ਹੈ। ਸਾਡੀ ਸੁਸਾਇਟੀ ਅਜੇ ਤੱਕ ਕੇਵਲ ਇਹ 2 ਮਨਾਂ ਨੂੰ ਸੁਧਾਰਨ ਦਾ ਯਤਨ ਕਰ ਰਹੀ ਹੈ। ਸੁਚੇਤ ਮਨ ਸਾਡੇ ਮਨ ਦਾ ਉਹ ਖੇਤਰ ਹੈ ਜਿਹੜਾ ਕਿ ਸਾਡੀ ਹੋਂਦ ਦੇ ਨੇੜੇ ਹੈ। ਆਦਮੀ ਅੰਦਰ ਮਹਾਨ ਚਿਣਗ ਦਾ ਸਥਾਨ ਇਹ ਮਨੁੱਖੀ ਸੁਭਾਅ ਵਿੱਚ ਜੋ ਕੁਝ ਚੰਗਾ ਹੈ ਉਹਦਾ ਸੋਮਾ ਹੈ। ਉੱਚੀਆਂ ਰੀਝਾਂ, ਚੰਗੇ ਵਿਚਾਰ, ਮਨੁੱਖਤਾ ਲਈ ਪਿਆਰ, ਸਲੀਕਾ, ਪ੍ਰੇਰਨਾਮਈ ਕਲਪਨਾ, ਇਹ ਸਭ ਕੁਝ ਮਨੁੱਖ ਦੇ ਸੁਚੇਤ ਮਨ ਵਿੱਚੋਂ ਉਪਜਦਾ ਹੈ ਜਿਹੜਾ ਕਿ ਮਨੁੱਖ ਦੀ ਸਧਾਰਨ ਚੇਤਨਾ ਤੋਂ ਬਹੁਤ ਉੱਪਰ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਅੰਦਰ ਆਤਮਿਕ ਵਿਕਾਸ ਦੀ ਸੰਭਾਵਨਾ ਹੈ ਅਤੇ ਆਪਣੇ ਆਪ ਨੂੰ ਸੁਚੇਤ ਮਨ ਦੇ ਪੱਧਰ 'ਤੇ ਉੱਚਾ ਚੁੱਕ ਸਕਦਾ ਹੈ। ਮੈਡੀਟੇਸ਼ਨ ਕੇਵਲ ਉਸ ਵੇਲੇ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ ਜਦੋਂ ਕਿ ਅਸੀਂ ਮਨ ਨੂੰ ਇਕਾਗਰ ਕਰਨ ਦੇ ਅਭਿਆਸ ਵਿੱਚ ਮੁਹਾਰਤ ਪ੍ਰਾਪਤ ਕਰ ਲਈਏ। ਇੱਕ ਵਾਰ ਮੈਡੀਟੇਸ਼ਨ ਸ਼ੁਰੂ ਕਰਕੇ ਹਰ ਰੋਜ਼ ਇਹਦਾ ਅਭਿਆਸ ਕਰਨ ਦੀ ਲੋੜ ਹੈ। ਸਾਨੂੰ ਸਵੇਰ ਵੇਲੇ ਯੋਗਾ ਆਸਨ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਨ ਤੋਂ ਬਾਅਦ 10 ਮਿੰਟ ਚੁੱਪਚਾਪ ਬੈਠ ਕੇ ਮਨ ਨੂੰ ਇਕਾਗਰ ਕਰਨਾ ਚਾਹੀਦਾ ਹੈ। ਜਦੋਂ ਮਨ ਪੂਰੀ ਤਰ੍ਹਾਂ ਵਿਚਾਰਾਂ ਤੋਂ ਖਾਲੀ ਹੋ ਕੇ ਸਥਿਰ ਹੋ ਜਾਂਦਾ ਹੈ ਤਾਂ ਸਮਝ ਲਓ ਅਸੀਂ ਮੈਡੀਟੇਸ਼ਨ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ। ਇਸ ਅਵਸਥਾ ਵਿੱਚ ਮਨ ਭਾਵੇਂ ਸਭ ਰੁਝੇਵਿਆਂ ਤੋਂ ਵਾਂਝਾ ਹੋ ਜਾਂਦਾ ਹੈ ਪਰ ਇਹ ਬਹੁਤ ਜ਼ਿਆਦਾ ਚੁਕੰਨਾ ਹੁੰਦਾ ਹੈ। ਅੰਦਰਲੀ ਸ਼ਾਂਤੀ ਵਿੱਚ ਨਿਵਾਸ ਕਰਕੇ ਮਨ ਬਹੁਤ ਸੰਵੇਦਨਸ਼ੀਲ ਅਤੇ ਗ੍ਰਹਿਣਸ਼ੀਲ ਬਣ ਜਾਂਦਾ ਹੈ।
ਸ਼ਾਂਤੀ ਦੇ ਇਸ ਡੂੰਘੇ ਪਲਾਂ ਵਿੱਚ ਆਦਮੀ ਨੂੰ ਕਈ ਵਾਰ ਇਲਹਾਮ ਭਾਵ ਦੈਵੀ ਸੰਦੇਸ਼ ਵੀ ਮਿਲ ਸਕਦੇ ਹਨ। ਇਸ ਅਲੌਕਿਕ ਚੁੱਪ ਵਿੱਚ ਉਹਨੂੰ ਈਸ਼ਵਰ ਦਾ ਪ੍ਰਗਟਾਵਾ ਹੁੰਦਾ ਹੈ, ਜਿਹੜਾ ਕਿ ਸੱਤ ਚਿੱਤ ਆਨੰਦ ਹੈ। ਸਰੀਰ ਅੰਦਰ ਚੇਤਨਾ ਦੀ ਪ੍ਰਭਾਤ ਹੋ ਜਾਂਦੀ ਹੈ। ਇਹ ਯੋਗਾ ਦਾ ਆਖਰੀ ਮੰਤਵ ਹੈ। ਇਸ ਤੋਂ ਬਾਅਦ ਸਮਾਧੀ ਦੀ ਅਵਸਥਾ ਬਹੁਤ ਨੇੜੇ ਹੁੰਦੀ ਹੈ। ਸਾਨੂੰ ਸਮਾਧੀ ਦਾ ਅਨੁਭਵ ਮਨ ਦੇ ਸੁਚੇਤ ਪੱਧਰ 'ਤੇ ਹੁੰਦਾ ਹੈ। ਸਮਾਧੀ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਨਾਰਮਲ ਚੇਤਨਾ ਦੇ ਪੱਧਰ ਤੋਂ ਉੱਪਰ ਉੱਠ ਰਹੇ ਹਾਂ। ਇਸ ਨਿੱਜੀ ਅਨੁਭਵ ਨੂੰ ਕੇਵਲ ਸ਼ਬਦਾਂ ਰਾਹੀਂ ਨਹੀਂ ਦੱਸਿਆ ਜਾ ਸਕਦਾ। ਮਨ ਦੀ ਡੂੰਘੀ ਚੁੱਪ ਅਵਸਥਾ ਵਿੱਚ ਸਾਨੂੰ ਸਰੀਰ ਤੇ ਮਨ ਭੁੱਲ ਜਾਂਦਾ ਹੈ। ਸਾਨੂੰ ਆਪਣੇ ਅੰਦਰ ਅਸੀਮ ਹੋਂਦ ਤੇ ਅਸੀਮ ਆਨੰਦ ਦਾ ਅਨੁਭਵ ਹੁੰਦਾ ਹੈ। ਇਸ ਅਵਸਥਾ ਵਿੱਚ ਮਨ ਦੀ ਦੁਚਿੱਤੀ ਤਕਰੀਬਨ ਖਤਮ ਹੋ ਜਾਂਦੀ ਹੈ। ਅਸੀਂ ਆਪਣੇ ਅੰਦਰ ਸਰਵ ਵਿਆਪੀ ਚੇਤਨਾ ਤੋਂ ਜਾਣੂ ਹੋ ਜਾਂਦੇ ਹਾਂ। ਇਹ ਅੰਦਰਲਾ ਸੰਸਾਰ ਅਕੈ ਆਨੰਦ ਤੇ ਅਥਾਹ ਸ਼ਾਂਤੀ ਦਾ ਸੰਸਾਰ ਹੈ। ਸਮਾਧੀ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਆਦਮੀ ਦਾ ਮਾਨਸਿਕ ਰੂਪਾਂਤਰਣ ਹੋ ਜਾਂਦਾ ਹੈ। ਫਿਰ ਉਹਦਾ ਪੁਰਾਣਾ ਵਿਅਕਤਿਤਵ ਨਸ਼ਟ ਹੋ ਜਾਂਦਾ ਹੈ ਅਤੇ ਉਹ ਆਦਮੀ ਨਵੇਂ ਰਚਨਾਤਮਕ ਢੰਗ ਨਾਲ ਜਿਉਣਾ ਸ਼ੁਰੂ ਕਰ ਦਿੰਦਾ ਹੈ। ਧੰਨਵਾਦ।